10th क्लास की असाइनमेंट 188 ਜਿਹੜੀ ਹੈਗੀ ਅੱਜ ਅਸੀਂ ਕਰਾਂਗੇ। ਅੱਜ ਅਸੀਂ ਇਹਨੂੰ ਪੇਪਰ ਤੇ ਕਰਨ ਲੱਗੇ ਹੈਗੇ ਆ, ਠੀਕ ਹੈ, ਡਿਫਰੈਂਟ ਤਰੀਕੇ ਨਾਲ। ਤੇ ਚਲੋ ਅੱਗੇ ਵਧਦੇ ਹੈਗੇ ਆ। ਅੱਜ ਅਸੀਂ 2 ਕੁਐਸਚਨ ਕਰਨੇ ਹੈਗੇ ਆ। ਉਹਦੇ ਵਿੱਚ ਅਸੀਂ ਕਿਸ ਤਰੀਕੇ ਦੇ ਕੁਐਸਚਨ ਕਰਨੇ ਹੈਗੇ ਆ, ਇੱਥੇ ਲਿਖਿਆ ਹੋਇਆ ਕਹਿੰਦੇ ਇੱਕ ਠੋਸ ਦਾ ਇੱਕ ਆਕਾਰ ਤੋਂ ਦੂਸਰੇ ਆਕਾਰ ਵਿੱਚ ਰੂਪਾਂਤਰ। ਠੀਕ ਹੈ, ਇੱਕ ਤੁਹਾਡੇ ਕੋਲ ਸੋਲਿਡ ਕੋਈ ਹੋਏਗੀ ਸੋਲਿਡ ਚੀਜ਼, ਉਹਨੂੰ ਅਸੀਂ ਕਨਵਰਟ ਕਰਕੇ ਦੂਜੀ ਸੋਲਿਡ ਚੀਜ਼ 'ਚ ਬਣਾਉਣਾ ਆ ਤੇ ਉਹਦੇ ਰਿਲੇਟਡ ਸਮਸ ਹੈਗੇ ਆ। ਪਹਿਲਾ ਸਮ ਕੀ ਹੈਗਾ ਆ, ਕਹਿੰਦੇ ਅਰਧ ਵਿਆਸ 4.2 ਸੈਂਟੀਮੀਟਰ ਵਾਲੇ ਧਾਤੂ ਦੇ ਇੱਕ ਗੋਲੇ ਨੂੰ, ਠੀਕ ਹੈ, ਇੱਕ ਗੋਲਾ ਹੈਗਾ ਆ, ਵੀ ਹੈਵ ਵਨ ਸਫੀਅਰ ਜਿਹਦਾ ਅਰਧ ਵਿਆਸ, ਜਿਹਦਾ ਰੇਡੀਅਸ ਕਿੰਨਾ ਹੈਗਾ 4.2 ਸੈਂਟੀਮੀਟਰ, ਉਹਨੂੰ ਪਿਘਲਾਇਆ ਹੋਇਆ ਆ, ਠੀਕ ਹੈ, ਉਹਨੂੰ ਮੈਲਟ ਕੀਤਾ ਆ। ਉਸ ਤੋਂ ਬਾਅਦ ਉਹਨੂੰ ਕਿਹ 'ਚ ਕਨਵਰਟ ਕੀਤਾ, ਅਰਧ ਵਿਆਸ 6 ਸੈਂਟੀਮੀਟਰ ਵਾਲੇ ਇੱਕ ਬੇਲਨ ਦੇ ਰੂਪ ਵਿੱਚ। ਠੀਕ ਹੈ, ਇੱਕ ਸਾਡੇ ਕੋਲ ਪਹਿਲਾਂ ਸਫੇਅਰ ਸੀਗਾ, ਸਫੇਅਰ ਨੂੰ ਅਸੀਂ ਪਿਘਲਾ ਦਿੱਤਾ, ਪਿਘਲਾ ਕੇ ਅਸੀਂ ਉਹਨੂੰ ਕਿਹਦੇ 'ਚ ਕਨਵਰਟ ਕੀਤਾ, ਇੱਕ ਸਿਲੰਡਰ ਵਿੱਚ, ਅਸੀਂ ਇੱਕ ਬੇਲਨ ਵਿੱਚ ਢਾਲ ਦਿੱਤਾ ਆ। ਠੀਕ ਹੈ, ਬੇਲਨ ਦੀ ਉਚਾਈ ਪਤਾ ਕਰੋ। ਹੁਣ ਇਹਦੇ ਵਿੱਚ ਤੁਸੀਂ ਯਾਦ ਰੱਖਣਾ ਆ, ਸਭ ਤੋਂ ਪਹਿਲਾਂ ਅਸੀਂ ਸਫੇਅਰ ਸੀਗਾ, ਸਫੇਅਰ ਤੋਂ ਕੀ ਬਣ ਗਿਆ, ਸਿਲੰਡਰ। ਜਦੋਂ ਅਸੀਂ ਪਿਘਲਾ ਕੇ ਕਰਨ ਵਾਲੇ ਕੁਐਸਚਨ ਕਰਨੇ ਹੈਗੇ, ਉਹਦੇ ਵਿੱਚ ਤੁਸੀਂ ਉਹਦੀਆਂ ਕੀ ਲੈਣੀਆਂ, ਵੋਲਿਊਮਸ, ਅਸੀਂ ਉਹਦੀਆਂ ਆਇਤਨ ਲੈਣੀਆਂ, ਕਿਉਂਕਿ ਚੀਜ਼ ਦਾ ਜਿਹੜਾ ਆਇਤਨ ਹੈਗਾ ਉਹ ਬਰਾਬਰ ਹੀ ਰਹੇਗਾ। ਠੀਕ ਹੈ, ਹੁਣ ਕੁਐਸਚਨ ਨੂੰ ਅਸੀਂ ਸ਼ੁਰੂਆਤ ਕਿਵੇਂ ਕਰਨੀ ਆ, ਲਿਖਣਾ ਤੁਸੀਂ ਕਿਵੇਂ, ਗੋਲੇ ਦਾ ਅਰਧ ਵਿਆਸ ਕਿੰਨਾ ਹੈਗਾ ਆ, ਰੇਡੀਅਸ ਜਿਹੜਾ, ਠੀਕ ਹੈ, ਸਾਡੇ ਕੋਲ ਸਫੇਅਰ ਸੀਗਾ, ਉਹਦਾ ਰੇਡੀਅਸ ਕਿੰਨਾ ਹੈਗਾ 4.2 ਸੈਂਟੀਮੀਟਰ, ਤੇ ਨਾਲੇ ਬੇਲਨ ਦਾ ਅਰਧ ਵਿਆਸ ਸਾਨੂੰ ਕੀ ਦਿੱਤਾ ਹੋਇਆ ਆ 6 ਸੈਂਟੀਮੀਟਰ। ਤੁਸੀਂ ਜਿਹੜਾ ਗੋਲਾ ਹੈਗਾ ਉਹਦਾ ਸਮਾਲ ਆਰ ਲੈ ਲੈਣਾ ਤੇ ਬੇਲਨ ਦਾ ਜਿਹੜਾ ਸਿਲੰਡਰ ਹੈਗਾ ਉਹਨੂੰ ਤੁਸੀਂ ਕੈਪੀਟਲ ਆਰ ਲੈਣਾ। ਠੀਕ ਹੈ, ਇਹ ਦੋਵੇਂ ਡਿਸਟਿੰਕਟ ਹੋਣਗੇ, ਦੋਵੇਂ ਵੱਖਰੇ ਵੱਖਰੇ ਲੈਣੇ ਆਪਾਂ। ਹੁਣ ਕਹਿੰਦੇ ਮੰਨ ਲਓ ਜਿਹੜਾ ਸਾਡੇ ਕੋਲ ਸਿਲੰਡਰ ਹੈਗਾ ਆ, ਠੀਕ ਹੈ, ਜਿਹੜਾ ਸਾਡੇ ਕੋਲ ਕਨਵਰਟਡ ਸੀਗੀ ਡਾਇਗਰਾਮ, ਉਹਦੀ ਅਸੀਂ ਉਚਾਈ ਕੀ ਲੈ ਲਈ, H ਸੈਂਟੀਮੀਟਰ, ਇੱਥੇ ਕੈਪੀਟਲ H ਲਿਖਾ। ਹੁਣ ਡਾਇਗਰਾਮ ਵਿੱਚ ਨੀਚੇ ਕੀ ਹੈਗਾ, ਆ ਦੇਖੋ, ਵੀ ਹੈਵ ਵਨ ਸਫੇਅਰ, ਸਫੇਅਰ ਦਾ ਜਿਹੜਾ ਅਰਧ ਵਿਆਸ ਹੈਗਾ ਉਹ ਇੱਥੋਂ ਲੈ ਕੇ ਇੱਥੋਂ ਤੱਕ ਹੈਗਾ ਆ, ਇਹ ਕੀ ਹੈਗਾ 4.2 ਸੈਂਟੀਮੀਟਰ। ਇਹਨੂੰ ਅਸੀਂ ਕਨਵਰਟ ਕਰ ਦਿੱਤਾ ਬੇਲਨ ਦੇ ਵਿੱਚ। ਬੇਲਨ ਦੀ ਉਚਾਈ ਜਿਹੜੀ ਹੈਗੀ ਉਹ ਅਸੀਂ ਮੰਨ ਲਈ ਹੈਗੀ ਆ H ਸੈਂਟੀਮੀਟਰ। ਠੀਕ ਹੈ, ਉਹਦਾ ਅਰਧ ਵਿਆਸ ਜਿਹੜਾ ਹੈਗਾ ਉਹ 6 ਸੈਂਟੀਮੀਟਰ ਗਿਵਨ ਆ, 6 ਸੈਂਟੀਮੀਟਰ ਅਰਧ ਵਿਆਸ ਜਿਹੜਾ ਹੈਗਾ ਸਿਲੰਡਰ ਦਾ ਉਹ ਗਿਵਨ ਹੈਗਾ ਆ। ਠੀਕ ਹੈ, ਹੁਣ ਅਸੀਂ ਕੀ ਕਰਾਂਗੇ, ਕੁਐਸਚਨ ਅਸੀਂ ਕਿਵੇਂ ਕ੍ਰੀਏਟ ਕਰਨਾ ਹੈ, ਕਹਿੰਦੇ ਅਸੀਂ ਲਵਾਂਗੇ ਕਿ ਜਿਹੜਾ ਸਫੇਅਰ ਦਾ ਵੋਲਿਊਮ ਹੈਗਾ ਉਹ ਕਿਹਦੇ ਬਰਾਬਰ ਆਏਗਾ, ਵੋਲਿਊਮ ਆਫ ਦਾ ਸਿਲੰਡਰ। ਠੀਕ ਹੈ, ਇੱਥੇ ਲਿਖਿਆ ਹੋਇਆ, ਥੋੜਾ ਜਿਹਾ ਨੀਚੇ ਕੁਐਸਚਨ ਵੱਲ ਚਲੀਏ, ਪਿਘਲਾ ਕੇ ਦੁਬਾਰਾ ਆਇਤਨ ਬਰਾਬਰ ਰਹਿੰਦਾ ਹੈ, ਇਸ ਕਰਕੇ ਗੋਲੇ ਦਾ ਆਇਤਨ ਜਿਹੜਾ ਹੈਗਾ ਉਹ ਬੇਲਨ ਦੇ ਆਇਤਨ ਦੇ ਬਰਾਬਰ ਹੋਏਗਾ। ਗੋਲੇ ਦਾ ਆਇਤਨ ਕੀ ਹੈਗਾ 4/3 ਪਾਈ ਆਰ ਕਿਊਬ, ਇੱਥੇ ਸਮਾਲ ਆਰ ਲਿਖਿਆ ਹੈਗਾ, ਇਹ ਕਿਹਦੇ ਬਰਾਬਰ ਹੋਏਗਾ, ਬੇਲਨ ਦਾ ਆਇਤਨ। ਬੇਲਨ ਦਾ ਆਇਤਨ ਕੀ ਹੁੰਦਾ, ਪਾਈ ਕੈਪੀਟਲ ਆਰ ਸਕੁਅਰ H, H ਹੋ ਗਈ ਹਾਈਟ, ਆਰ ਹੋ ਗਿਆ ਉਹਦਾ ਅਰਧ ਵਿਆਸ, ਉਹਦਾ ਰੇਡੀਅਸ, ਇੱਥੇ ਕੈਪੀਟਲ ਆਰ ਲਿਖਣਾ ਆ। ਠੀਕ ਹੈ, ਦੋਵੇਂ ਪਾਸੇ ਤੋਂ ਅਸੀਂ ਪਾਈ ਕੱਟ ਦਿੱਤਾ। ਫਿਰ ਅਗਲੇ ਸਟੈਪ 'ਚ ਕੀ ਆ ਗਿਆ, 4/3 ਆਰ ਕਿਊਬ ਬਰਾਬਰ ਕੀ ਆ ਗਿਆ, ਆਰ ਸਕੁਅਰ H। ਹੁਣ ਅਸੀਂ ਸਮਾਲ ਆਰ ਦੀ ਵੈਲਿਊ ਪੁੱਟ ਕਰਤੀ, ਸਮਾਲ ਆਰ ਦੀ ਵੈਲਿਊ ਕੀ ਸੀਗੀ ਸਾਡੇ ਕੋਲ 4.2। ਠੀਕ ਹੈ, 4.2 ਦਾ ਕਿਊਬ ਬਰਾਬਰ ਕੈਪੀਟਲ ਆਰ ਦੀ ਵੈਲਿਊ ਕੀ ਸੀਗੀ 6 ਦਾ ਸਕੁਅਰ ਗੁਣਾ H। ਫਿਰ ਅਸੀਂ ਇਹਨੂੰ ਸੋਲਵ ਕੀਤਾ ਹੈਗਾ, 4.2 ਦਾ ਕਿਊਬ ਨੂੰ ਅਸੀਂ ਕੀ ਲਿਖਿਆ, ਪਹਿਲਾਂ ਤੇ 4.2 ਜਿਹੜਾ ਹੈਗਾ ਇਹਨੂੰ ਅਸੀਂ ਕਿਵੇਂ ਲਿਖ ਸਕਦੇ, 42 ਬਟਾ ਪੁਆਇੰਟ ਦੀ ਜਗ੍ਹਾ ਤੇ ਲਿਖਿਆ 1 ਤੇ ਪੁਆਇੰਟ ਹੋ ਗਿਆ ਕਿੰਨੀਆਂ ਰਕਮਾਂ, ਇੱਕ ਰਕਮ, ਸੋ ਵੀ ਹੈਵ ਰਿਟਨ 10। ਇਹਦਾ ਮਤਲਬ 4.2 ਨੂੰ ਅਸੀਂ ਲਿਖ ਸਕਦੇ 42/10, ਕਿਉਂਕਿ ਇਹਦਾ ਕਿਊਬ ਆ, ਇਸ ਕਰਕੇ ਕੀ ਲਿਖਿਆ 42/10 ਮਲਟੀਪਲਾਈ ਬਾਈ 42/10 ਮਲਟੀਪਲਾਈ ਬਾਈ 42/10। ਠੀਕ ਹੈ, ਕਿਊਬ ਸੀਗਾ ਸੋ 3 ਵਾਰੀ ਅਸੀਂ ਖੋਲ ਕੇ ਲਿਖ ਲਿਆ, ਇਕੁਅਲਸ ਟੂ 6 ਦਾ ਸਕੁਅਰ ਆ, ਇਟ ਮੀਨਸ 6 ਮਲਟੀਪਲਾਈ ਬਾਈ 6 ਮਲਟੀਪਲਾਈ ਬਾਈ H। ਠੀਕ ਹੈ ਜੀ, ਹੁਣ ਅਸੀਂ ਕੀ ਕਰਨਾ, ਇਸ H ਦੀ ਵੈਲਿਊ ਕਰਨੀ ਹੈਗੀ ਆ। ਠੀਕ ਹੈ, ਇਹਦੇ ਲਈ ਜਿਹੜੇ 2 6 ਇਸ ਪਾਸੇ ਹੈਗੇ ਅਸੀਂ ਇਕੁਏਸ਼ਨ ਦੇ ਦੂਜੇ ਪਾਸੇ ਭੇਜਦੇ ਨੇ, ਜਦੋਂ ਇੱਥੇ ਮਲਟੀਪਲਾਈ 'ਚ ਹੈਗੇ ਦੂਜੇ ਪਾਸੇ ਜਾ ਕੇ ਇੱਕ ਆ ਜਾਣਗੇ ਡਿਵਾਈਡ, ਇਟ ਮੀਨਸ 1/6 ਅਸੀਂ ਲਿਖ ਲੈਣਾ। H ਦੀ ਵੈਲਿਊ ਕੀ ਆ ਗਈ 4/3 ਮਲਟੀਪਲਾਈ ਬਾਈ 42/10 ਮਲਟੀਪਲਾਈ ਬਾਈ 42/10 ਮਲਟੀਪਲਾਈ 42/10 ਮਲਟੀਪਲਾਈ ਬਾਈ ਆ 6 ਦੂਜੇ ਪਾਸੇ ਗਿਆ, ਕੀ ਬਣ ਗਿਆ 1/6, ਆ 6 ਦੂਜੇ ਪਾਸੇ ਕੀ ਬਣ ਗਿਆ 1/6। ਇਟ ਮੀਨਸ H ਦੀ ਵੈਲਿਊ ਕੀ ਹੋਗੀ, ਜਦੋਂ ਅਸੀਂ ਇਹਨੂੰ ਸਿੰਪਲੀਫਾਈ ਕਰਾਂਗੇ ਬਸ ਇਹਨੂੰ ਕੱਟ ਦੇਣਾ ਹੈਗਾ, 6 ਗੁਣਾ 6 7 ਜਾਂ 42, 6 7 ਜਾਂ 42, 3 ਦੇ ਪਹਾੜੇ 'ਚ 42 ਆਉਂਦਾ ਆ, ਕਿਤੇ ਆਉਂਦਾ 3 1 ਜਾਂ 3 ਐਂਡ 3 4 ਜਾਂ 12। ਠੀਕ ਹੈ ਜੀ, 4 ਗੁਣਾ 14 ਗੁਣਾ 7 ਗੁਣਾ 7, ਇਹ ਕੀ ਆ ਗਿਆ 2 7 4 4 ਬਟਾ 10 ਗੁਣਾ 10 ਗੁਣਾ 10, ਇਹ ਕੀ ਆ ਗਿਆ 1000 ਦੇ ਬਰਾਬਰ। ਫਿਰ ਜਿਵੇਂ ਪੁਆਇੰਟ ਦੀ ਕਨਵਰਸ਼ਨ ਕੀਤੀ ਸੀਗੀ ਉਸੇ ਤਰ੍ਹਾਂ ਹੁਣ ਜਿਹੜੇ ਡਿਨੋਮੀਨੇਟਰ 'ਚ ਜ਼ੀਰੋਜ਼ ਹੈਗੇ ਉਹਨੂੰ ਅਸੀਂ ਪੁਆਇੰਟ 'ਚ ਕਿਵੇਂ ਬਣਾਵਾਂਗੇ, 2744 ਲਿਖ ਲਿਆ। ਠੀਕ ਹੈ, 3 0 ਨੇ, ਸੋ 3 ਕਦਮ ਚੱਲ ਕੇ ਫਰੋਮ ਦਾ ਰਾਈਟ ਹੈਂਡ ਸਾਈਡ, ਠੀਕ ਹੈ,
पहला कदम, दूजा कदम ते तीजा कदम, उस तो पहला असी पॉइंट लगाता। इट मीनस एच की वैल्यू साडी की आ गई 2.744। सो बेलन की उचाई कितनी आ गई 2.744। डन हैगा इत्थे तक तुहाडा फर्स्ट क्वेश्चन। ठीक है जी, सैकेंड क्वेश्चन वाल चलते हैं। सैकेंड क्वेश्चन की हैगा आ 32 सेंटीमीटर उच्ची अते 18 सेंटीमीटर आधार दे अर्ध व्यास वाली एक बेलनाकार बाल्टी। ठीक है, साडे कोल की हैगी एक बकेट हैगी, एक बाल्टी हैगी आ जिहदी शेप किस तरीके दी हैगी आ बेलनाकार, मीनस वो सिलेंडर दे शेप दी हैगी आ। ठीक है, वो किन्नी उचाई हैगी आ, ओदी हाइट जिहड़ी हैगी वो दित्ती हुई सानू 32 सेंटीमीटर। ठीक है, ते ओदा जिहड़ा बेस हैगा आ ओदा रेडियस कितना दिता होया सानू, अर्ध व्यास कितना दिता होया 18 सेंटीमीटर। ठीक है जी, वो बाल्टी हैगी वो किहदे नाल भरी हुई है, रेत नाल भरी हुई है। ठीक है, इस बाल्टी नू भूमि ते खाली किया जाता है। हुण बाल्टी नू असीं पुट्ठा करके उहदे विच जिन्नी भी रेत हैगी उहदी ढेरी बनाई है ਅਤੇ इस रेत की एक शंकु आकार ढेरी बनाई जाती। हुण तुहानूं पता कि जो एक चीज़ तो असीं कन्वर्ट करके दूजे च ओहदी चीज़ पाने ते ओहदी जिहड़ी ढेरी हुंदी आ वो कोन दे शेप की बनती है। ठीक है, वो किहड़ी शेप की बन गई, शंकु दे आकार की ढेरी बनाई हुई आ। जेकर शंकु आकार ढेरी की उचाई, हुण वो जिहड़ा शंकु हैगा आ ओहदे जिहड़े कोन की शेप बनी हैगी रेत की, ओहदी उचाई 24 सेंटीमीटर हैगी आ। ये बन गई ओहदी उचाई, मैं डिफरेंट लै रही हूँ, इस उचाई तो यदी उचाई मैं डिफरेंट लै रही हूँ। ठीक है, यह जी हैगी 24 सेंटीमीटर का ढेरी के अर्ध व्यास अते तिरछी उचाई पता करो। ये एच सानू दिता होया आ। ठीक है, एच उन्हें दिता 24 सेंटीमीटर। असी की पता करना, असी ओदा रेडियस, ओदा अर्ध व्यास ते ओदी तिरछी उचाई, ओदी जिहड़ी हैगी स्लैंट हाइट जिन्हों आपां स्मॉल एल करदे रहे हैगे पाई है ना, ओहदे विच कोन दे विच वो असी पता करनी है। ठीक है, क्वेश्चन की सीगा, एक साडे कोल क्यूबॉइड सॉरी साडे कोल एक सिलेंडर दे शेप दे विच एक बाल्टी हैगी, वो रेत नाल भरी हुई है। ठीक है, उन्नू असी पुट्ठा करके ओहदी ढेरी बनाती है। वो जिहड़ी ढेरी बनी हैगी वो किहड़ी शेप दी हैगी है, कोन दी शेप दी हैगी है। उस कोन दी सानू उचाई दिती हुई आ 24 सेंटीमीटर ते ओहदा अर्ध व्यास ते असी ओहदा लैटरल सॉरी स्लैंट हाइट पता करी। हुण इहदे विच भी मैं फिर तुहानू उपर वाले क्वेश्चन वांगू कहूंगी जिथे कि जिद्दां आपां एक चीज़ तो दूजे चीज़ च असीं सॉलिड की कन्वर्जन की है ना, ये भावें उसकी क्वांटिटी सीगी है तो वॉल्यूम ही है तो आयतन ही आ, ते असीं की करांगे वॉल्यूम ऑफ सिलेंडर बराबर की करांगे वॉल्यूम ऑफ शंकु, वॉल्यूम ऑफ कोन। ठीक है, चलो शुरू करिए। ओके, बेलनाकार बाल्टी का अर्ध व्यास जिहड़ा हैगा वो कैपिटल आर लिख लिया आ, वो 18 सेंटीमीटर लिखिया। ठीक है जी, हुण इन्होंने कैपिटल एच जिहड़ा हैगा वो इहदे लई वरते आ। ठीक है, उसी तरह जिहड़ी बेलनाकार बाल्टी सीगी ओहदी उचाई जिहड़ी सीगी 32 सेंटीमीटर। ये दोवें चीज़ां सानू क्वेश्चन विच गिवन हैगियां। हुण जदों शंकु जिहड़ा बनिया सीगा ढेरी, शंकु आकार ढेरी की उचाई कितनी हैगी आ 24 सेंटीमीटर। ठीक है जी, आ साडे कोल शंकु हैगा। ठीक है जी, इहदी उचाई मतलब कि आ वाली चीज़ की गल कर रहे ने। ठीक है, ये उचाई जिहड़ी हैगी ये हैगी आ 24 सेंटीमीटर। ठीक है जी, असी की पता करना है, असी आ वाली चीज पता करनी है, ये रेडियस पता करना ते एदी स्लैंट हाइट तिरछी, तिरछी होई ना, सीधी नहीं हैगी, वो सीधी नहीं हैगी, वो तिरछी हैगी है। असी आ वाली चीज पता करनी, इनू असी एल मान लिया। असी कित्थों शुरू करांगे, एदी वॉल्यूम दे बराबर होगी, मतलब वॉल्यूम ऑफ द क्यूबॉइड इज इक्वल टू वॉल्यूम ऑफ द कोन। ठीक है जी, इनू असी अगे सॉल्व कर लिए। ओके, हुण कहंदे कि मान लो स्मॉल आर ते स्मॉल एल जिहड़ी हैगी वो की लिखी हैगी, ओहदा आपां जिहड़ा शंकु हैगा ओहदा अर्ध व्यास मान लिया ते ओहदी जिहड़ी तिरछी उचाई मान ली। ठीक है, बाल्टी विच रेत दा आयतन जिहड़ा भी ओहदी जिहड़ी स्टैंड उच रेत पई है ओहदा आयतन किहदे बराबर होएगा, जिहड़ी शंकु दी ढेरी बनी हैगी ओहदे रेत दा आयतन। ठीक है जी, हुण बेलन दा आयतन बराबर असी की लिख देना, शंकु दा आयतन, बेले दा आयतन असी फार्मूला लिख लांगे पाई कैपिटल आर स्क्वेयर एच, क्योंकि ये असी कैपिटल आर लिए, ये असी स्मॉल आर लिए। शंकु का आयतन कितने बराबर आ गया 1/3 पाई आर स्क्वेयर एच। पाई दे नाल असी पाई कट देना, साडे कोल की रकम बच गई आर स्क्वेयर एच इज इक्वल टू 1/3 स्मॉल आर स्क्वेयर एच। हुण असी वैल्यूज पुट करांगे। ठीक है, जिहड़े साडे कोल सिलेंडर सीगा ओहदी जिहड़ी अर्ध व्यास सीगा वो 18 सीगा, सो 18 का स्क्वेयर करता, मल्टीप्लाई एच की वैल्यू पुट करती 32 सानू गिवन सीगा, इक्वल्स टू 1/3 दा 1/3 स्मॉल आर जिहड़ा हैगा पता करना है, सो असी आर स्क्वेयर ही रखांगे, मल्टीप्लाई बाय हाइट जिहड़ी हैगी आ वो सानू 24 दित्ती सीगी।
ਹੁਣ ਕੀ ਕਰਨਾ ਸੀ r ਸਕੁਅਰ ਦੀ ਇੱਕ ਪਾਸੇ ਰੱਖ ਕੇ ਬਾਕੀ ਜਿਹੜੀਆਂ ਰਕਮਾਂ ਹੈਗੀ 1/3 ਤੇ 24 ਇਹ ਇਕੁਏਸ਼ਨ ਦੇ ਲੈਫਟ ਸਾਈਡ ਲੈ ਜਾਗੇ ਠੀਕ ਹੈ ਇਸ ਸਾਈਡ ਤੋਂ ਇਸ ਸਾਈਡ 1/3 ਦੂਜੇ ਪਾਸੇ ਜਾ ਕੇ ਮਲਟੀਪਲਾਈ 3 ਬਣ ਗਿਆ ਜਿਹੜੀ ਚੀਜ਼ ਇੱਥੇ ਲਿਖੀ ਹੋਈ ਹੈ ਠੀਕ ਹੈ ਜੀ ਜਿਹੜਾ 24 ਹੈਗਾ ਉਹ ਦੂਜੇ ਪਾਸੇ ਜਾ ਕੇ 1/24 ਬਣ ਗਿਆ ਤਾਂ ਉਹ ਅਸੀਂ ਡਿਨੋਮੀਨੇਟਰ 'ਚ ਲਿਖ ਲਿਆ ਠੀਕ ਹੈ r ਸਕੁਅਰ ਦੀ ਵੈਲਿਊ ਕੀ ਬਣ ਗਈ 18 ਗੁਣਾ 18 ਗੁਣਾ 32 ਗੁਣਾ 3/24 ਹੁਣ ਇਹਨੂੰ ਸੋਲਵ ਕੀਤਾ ਆ 3 ਨੂੰ ਅਸੀਂ 24 ਕੱਟ ਸਕਦੇ ਆ 3 8 ਦਾ 24 ਠੀਕ ਹੈ ਜੀ ਤੇ 8 ਦੇ ਪਹਾੜੇ 'ਚ 32 ਆਉਂਦਾ 8 4 ਦਾ 32 ਇਹਦਾ ਮਤਲਬ r ਸਕੁਅਰ ਦੀ ਵੈਲਿਊ ਕੀ ਆ ਰਹੀ 18 ਗੁਣਾ 18 ਗੁਣਾ 4 ਠੀਕ ਹੈ r ਦੀ ਵੈਲਿਊ ਕੀ ਆ ਗਈ ਅੰਡਰ ਰੂਟ ਆਫ 18 ਮਲਟੀਪਲਾਈ ਬਾਈ 18 ਮਲਟੀਪਲਾਈ ਬਾਈ 4 ਹੁਣ 4 ਜਿਹੜਾ ਹੈਗਾ 4 ਨੂੰ ਅਸੀਂ ਤੋੜ ਕੇ ਕੀ ਲਿਖ ਸਕਦੇ ਆ 2 ਗੁਣਾ 2 ਠੀਕ ਹੈ ਜੀ ਅੰਡਰ ਰੂਟ ਤੋਂ 18 ਗੁਣਾ 18 ਬਾਹਰ ਕੱਢ ਕੇ ਇੱਕ ਵਾਰੀ 18 ਆ ਗਿਆ 2 ਗੁਣਾ 2 ਇੱਕ ਕੱਢ ਕੇ ਇੱਕ ਵਾਰੀ 2 ਆ ਗਿਆ ਇਹਦਾ ਮਤਲਬ r ਦੀ ਵੈਲਿਊ ਸਾਡੇ ਕੋਲ ਕੀ ਆ ਗਈ 36 ਸੈਂਟੀਮੀਟਰ ਸ਼ੰਕੂ ਦਾ ਸਾਡੇ ਕੋਲ ਅਰਧ ਵਿਆਸ ਕਿੰਨਾ ਆ ਗਿਆ 36 ਸੈਂਟੀਮੀਟਰ ਹੁਣ ਅਸੀਂ ਜਾਣਦੇ ਹੈਗੇ ਆ ਕਿ ਸ਼ੰਕੂ ਦੇ ਵਿੱਚ ਜਿਹੜਾ ਹੈਗਾ ਆ ਇੱਥੇ r ਹੁੰਦਾ ਠੀਕ ਹੈ ਜੀ ਇਹ ਮੇਰੇ ਖਿਆਲ ਨਾਲ ਨਜ਼ਰ ਆ ਰਿਹਾ ਠੀਕ ਹੈ ਆ ਸਾਡਾ ਰੇਡੀਅਸ ਹੁੰਦਾ ਆ ਸਾਡੀ h ਹੁੰਦੀ ਇਹ ਸਾਡੀ l ਹੁੰਦੀ ਆ ਕਿਉਂਕਿ ਇਟ ਇਜ਼ ਅ ਰਾਈਟ ਠੀਕ ਹੈ ਸਰਕੂਲਰ ਕੋਨ ਹੁੰਦਾ ਇਸ ਕਰਕੇ ਇਹਦੇ ਵਿੱਚ ਅਸੀਂ ਪਾਈਥਾਗੋਰਸ ਥਿਓਰਮ ਜਿਹੜੀ ਹੈਗੀ ਅਪਲਾਈ ਕਰ ਸਕਦੇ ਆ ਉਹਦੇ ਅਕੋਰਡਿੰਗਲੀ ਕੀ ਹੈਗਾ ਆ l ਦਾ ਸਕੁਅਰ ਮਤਲਬ ਕਰਨ ਦਾ ਵਰਗ ਕਿਹਦੇ ਬਰਾਬਰ ਆਏਗਾ ਬੇਸ ਦਾ ਸਕੁਅਰ ਪਲੱਸ ਪਰਪੈਂਡੀਕੁਲਰ ਦਾ ਸਕੁਅਰ r ਦੀ ਵੈਲਿਊ ਸਾਡੇ ਕੋਲ 36 ਆ ਗਈ ਹੈ h ਦੀ ਵੈਲਿਊ ਸਾਡੇ ਕੋਲ 24 ਆ ਗਈ ਹੈ ਠੀਕ ਹੈ ਜੀ 36 ਦਾ ਸਕੁਅਰ ਪਲੱਸ 24 ਦਾ ਸਕੁਅਰ ਇਹਨੂੰ ਅਸੀਂ ਜਦੋਂ ਅੱਗੇ ਸੋਲਵ ਕਰਾਂਗੇ ਤੇ l ਸਕੁਅਰ ਦੀ ਵੈਲਿਊ ਕੀ ਆ ਗਈ ਸਾਡੇ ਕੋਲ 1872 ਇਹਦਾ ਮਤਲਬ l ਦੀ ਵੈਲਿਊ ਕੀ ਆ ਗਈ ਅੰਡਰ ਰੂਟ ਆਫ 1872 ਇਹਨੂੰ ਅਸੀਂ ਉਸੇ ਤਰੀਕੇ ਨਾਲ ਇਹਦੇ ਫੈਕਟਰਾਈਜ਼ ਕਰ ਦਾਂਗੇ ਹੈ ਨਾ ਗੁਣਨਖੰਡ ਬਣਾ ਦਿੰਦੇ ਆ ਐਵਰੀ ਕੰਪੋਜ਼ਿਟ ਨੰਬਰ ਕੈਨ ਬੀ ਐਕਸਪ੍ਰੈਸਡ ਐਟ ਦਾ ਪ੍ਰੋਡਕਟ ਆਫ ਪ੍ਰਾਈਮ ਨੰਬਰਸ ਠੀਕ ਹੈ ਉਹਦੇ ਗੁਣਨਖੰਡ ਆਪਾਂ ਬਣਾਏ ਉਹਦੇ ਫੈਕਟਰਸ ਬਣਾ ਕੇ ਦੋ ਵਾਰੀ ਆ ਗਿਆ ਅਸੀਂ ਇੱਕ ਵਾਰੀ ਬਾਹਰ ਲਿਖਾਂਗੇ ਇਹ ਦੋ ਨੂੰ ਅਸੀਂ ਇੱਕ ਵਾਰੀ ਬਾਹਰ ਲਿਖਾਂਗੇ ਠੀਕ ਹੈ ਕੀ ਬਣ ਗਿਆ 2 ਗੁਣਾ 2 ਗੁਣਾ 3 ਵੀ 2 ਵਾਰੀ ਆ ਰਿਹਾ ਸੋ ਇਹਨੂੰ ਵੀ ਅਸੀਂ ਇੱਕ ਵਾਰੀ ਲਿਖਾਂਗੇ 13 ਜਿਹੜਾ ਕੱਲਾ ਆ ਉਹਨੂੰ ਆਪਾਂ ਅੰਡਰ ਰੂਟ 13 ਇਦਾਂ ਹੀ ਰਹਿਣ ਦੇਵਾਂਗੇ 2 ਗੁਣਾ 2 4 4 ਗੁਣਾ 3 ਕੀ ਆ ਗਿਆ 12 ਇਹਦਾ ਮਤਲਬ ਸਾਡੀ ਜਿਹੜੀ ਸਲੈਂਟ ਹਾਈਟ ਸਾਡੀ ਜਿਹੜੀ ਤਿਰਛੀ ਉਚਾਈ ਹੈਗੀ ਉਹ ਕੀ ਆ ਗਈ 12 ਅੰਡਰ ਰੂਟ 13 ਸੈਂਟੀਮੀਟਰ ਇਹਦੇ ਨਾਲ ਹੀ ਸਾਡਾ ਕੁਐਸਚਨ ਜਿਹੜਾ ਹੈਗਾ ਇੱਥੇ ਕੰਪਲੀਟ ਹੋ ਗਿਆ ਆ ਠੀਕ ਹੈ ਜੀ ਮੈਂ ਤੁਹਾਨੂੰ ਅੱਜ ਕਾਪੀ ਪੈਨ ਤੇ ਸੋਲਵ ਕਰਕੇ ਦਿਖਾਇਆ ਹੈਗਾ ਡਿਫਰੈਂਟ ਮੈਥਡ ਨਾਲ ਠੀਕ ਹੈ ਜੀ ਥੋੜੀ ਜਿਹੀ ਫੋਨ ਦੀ ਪ੍ਰੋਬਲਮ ਚੱਲ ਰਹੀ ਸੀਗੀ ਆਈ ਹੋਪ ਸੋ ਤੁਹਾਨੂੰ ਸਮਝ ਆ ਗਿਆ ਹੋਏਗਾ ਠੀਕ ਹੈ ਫਿਰ ਵੀ ਜੇ ਕਿਸੇ ਨੂੰ ਕੋਈ ਡਾਊਟ ਹੋਏਗੀ ਤੇ ਪਲੀਜ਼ ਤੁਸੀਂ ਜਿਹੜਾ ਹੈਗਾ ਆ ਮੈਨੂੰ ਦੱਸ ਸਕਦੇ ਹੋ ਠੀਕ ਹੈ ਜੀ ਬਸ ਹੁਣ ਅਸੀਂ 2 ਸਮਸ ਕਰਨੇ ਹੈਗੇ ਹੁਣ ਅਸੀਂ ਐਨਟੀਐਸਸੀ ਦੇ ਕੁਐਸਚਨ ਅੱਜ ਦੀ ਵੀਡੀਓ ਵਿੱਚ ਸੋਲਵ ਨਹੀਂ ਕਰਨੇ ਓਕੇ ਬੱਚਿਓ ਬਾਏ ਬਾਏ